हाथ कछु न जानो, मन माया कै हाथ बिकानो। तुम कहियत हो जगत गुर स्वामी, हम कहियत कल युग के कामी। इन पंचन मेरो मन जो बिगाड़ियो, पल पल हर जी ते अंतर पारियो। जत देखो तत दुख की राशि, अजो न पतियाए निगम भय साखी। गौतम नार उमापत स्वामी, शीस धरण सहस भगगामी। इन दूतन खल बद कर मारियो, बड़ो निलाज अज हूँ नहीं हारियो। कह रविदास कहाँ कैसे कीजै, बिन रघुनाथ शरण का की लीजै। आज तो कई सौ साल पहला, कई सौ साल, many centuries ago, China built a wall. We all know about that great wall of China. ਅਸੀਂ ਸਾਰੇ ਜਾਣਦੇ ਹਾਂ, ਸਾਡੇ ਬੱਚੇ ਵੀ ਜਾਣਦੇ ਆ। Living in the Google era, it's not very difficult to know about it. TV ਤੇ ਪ੍ਰੋਗਰਾਮ ਵੀ ਆਉਂਦੇ ਆ। Wonders of the world ਵਿੱਚ ਗਿਣੀ ਜਾਂਦੀ ਹੈ ਉਹ ਕੰਧ, ਬਹੁਤ ਵੱਡੀ ਮਜ਼ਬੂਤ ਦੀਵਾਰ, strong built wall of China, ਬੜੀ ਵੱਡੀ। ਅੱਛਾ, what was the purpose of that wall? ਉਹ ਕੰਧ ਬਣਾਉਣ ਦਾ ਕਾਰਨ ਕੀ ਸੀ, ਰੀਜ਼ਨ ਕੀ ਸੀ, ਉਹਦਾ ਪਰਪਸ ਕੀ ਸੀ ਕਿ ਚਾਈਨਾ ਦੇ ਜਿਹੜੇ ਰਾਜੇ ਸੀ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਇੱਕ ਇਹੋ ਜਿਹੀ ਦੀਵਾਰ ਵੱਡੀ ਸਾਰੀ ਬਣਾ ਦਈਏ, ਕਈ ਕਿਲੋਮੀਟਰ ਲੰਬੀ, ਬਹੁਤ ਸਾਰੀ ਹਜ਼ਾਰਾਂ ਕਿਲੋਮੀਟਰ ਲੰਬੀ ਬਣਾਈਏ ਕਿ ਦੂਜੇ ਪਾਸਿਓਂ ਜਿਹੜਾ ਦੁਸ਼ਮਣ ਹੈ ਨਾ ਉਹ ਅੰਦਰ ਨਾ ਆ ਸਕੇ। ਬੜੀ ਵੱਡੀ ਦੀਵਾਰ ਬਣਾਈ। ਔਰ ਸੱਚੀ ਅੱਜ ਵੀ ਲੋਕ ਉਸ ਨੂੰ ਦੇਖ ਕੇ ਹੈਰਾਨ ਹੁੰਦੇ। ਇਹ ਵੀ ਕਿਹਾ ਜਾਂਦਾ ਹੈ ਕਿ ਸਪੇਸ ਵਿੱਚੋਂ, ਅੰਤਰਿਕਸ਼ ਵਿੱਚੋਂ ਵੀ ਉਹ ਸਪੇਸਕ੍ਰਾਫਟ ਤੋਂ ਦਿਖਾਈ ਦਿੰਦੀ। ਇਹ 'ਚ ਕਿੰਨਾ ਕੁ ਸੱਚ ਹੈ ਮੈਂ ਨਹੀਂ ਜਾਣਦਾ, ਪਰ ਉਹਨੂੰ ਐਡਾ ਵੱਡਾ ਮੰਨਿਆ ਜਾਂਦਾ। ਇੰਨੀ ਮਜ਼ਬੂਤ ਚੌੜੀ ਦੀਵਾਰ, ਉਹਦੇ ਉੱਤੇ ਤੋਪਾਂ ਵੀ ਚੱਲਦੀਆਂ ਹੋਣਗੀਆਂ, ਘੋੜੇ ਵੀ ਚੱਲਦੇ ਹੋਣਗੇ, ਅਜੇ ਵੀ ਲੋਕ ਉੱਤੇ ਤੁਰਦੇ ਫਿਰਦੇ। ਤੁਸੀਂ ਆਮ ਇਸ ਚੀਜ਼ ਨੂੰ ਸਰਚ ਕਰ ਸਕਦੇ ਹੋ। ਅਤੇ ਫਿਰ ਉਹ ਵੱਡੀ ਦੀਵਾਰ ਬਣਾਈ ਗਈ। ਦਾ ਪਰਪਸ, ਦ ਲੋਨ ਪਰਪਸ ਵਾਜ਼ ਕਿ ਜਿਹੜੇ ਐਨੀਮੀਜ਼ ਆਉਂਦੇ ਨੇ ਉਸ ਪਾਸਿਓਂ, ਦੀਵਾਰ ਦੇ ਉਸ ਪਾਸਿਓਂ, ਜਿਹੜੇ ਦੁਸ਼ਮਣ ਰਾਜ ਨੇ ਉਹਨਾਂ ਨੂੰ ਰੋਕਣਾ ਹੈ। ਸੋ ਬਾਉਂਡਰੀ ਜਿਹੜੀ ਸੀ ਉਹ ਕਿੰਗਡਮ ਦੀ, ਉਹ ਰਾਜਿਆਂ ਦੀ, ਉਹਨਾਂ ਨੇ ਬਾਉਂਡਰੀ 'ਤੇ ਜਿਹੜੀ ਸਰਹੱਦ ਸੀ, ਬਾਰਡਰ ਸੀ, ਉਹਦੇ 'ਤੇ ਉਹ ਵੱਡੀ ਕੰਧ ਬਣਾਈ, ਕਈ ਹਜ਼ਾਰ ਕਿਲੋਮੀਟਰ ਲੰਬੀ, ਬੜੀ ਮਜ਼ਬੂਤ, ਬੜਾ ਪੱਥਰ ਲਾ ਕੇ, ਬੜੇ ਬੰਦਿਆਂ ਨੂੰ ਇੰਪਲੋਏ ਕਰਕੇ। ਪਰਪਸ ਐਨੀਮੀ ਨੂੰ ਰੋਕਣਾ, ਦੁਸ਼ਮਣ ਨੂੰ ਰੋਕਣਾ। ਪਰ ਹੋਇਆ ਪਤਾ ਕੀ, ਅ ਵੰਡਰਫੁਲ ਥਿੰਗ ਹੈਪਨਡ ਵਿਚ ਵਾਜ਼ ਸ਼ੌਕਿੰਗ, ਡਿਸਟਰਬਿੰਗ। ਉਹਨਾਂ ਨੇ ਤਾਂ ਸੋਚਿਆ ਕਿ ਅਸੀਂ ਪੂਰੀ ਮਾਈਟ ਲਗਾ ਕੇ, ਪੂਰਾ ਜ਼ੋਰ ਲਗਾ ਕੇ ਐਡੀ ਵੱਡੀ ਕੰਧ ਬਣਾ ਲਈ ਅਤੇ ਹੁਣ ਨਹੀਂ ਦੁਸ਼ਮਣ ਆਏਗਾ। ਪਰ ਸ਼ੌਕਿੰਗ ਇਨਸੀਡੈਂਟ ਇਹ ਹੋਏ ਕਿ ਦੁਸ਼ਮਣ ਦਾ ਆਉਣਾ ਰੁਕਿਆ ਹੀ ਨਹੀਂ। ਪਹਿਲਾਂ ਬਣੀ, ਥੋੜ੍ਹਾ ਚਿਰ ਤੇ ਕੋਈ ਆਇਆ ਹੀ ਨਹੀਂ, ਪਰ ਉਹਦੇ ਬਾਅਦ ਐਸਾ ਸਮਾਂ ਆਇਆ, ਕੁਛ ਮਹੀਨਿਆਂ ਬਾਅਦ, ਸਾਲ ਕੁ ਬਾਅਦ, ਫਿਰ ਤੋਂ ਕੋਈ ਨਾ ਕੋਈ ਉੱਥੋਂ ਐਂਟਰ ਹੋਣ ਲੱਗ ਗਿਆ। ਉਹਨਾਂ ਨੇ ਚੈੱਕ ਕੀਤਾ, ਕੰਧ ਤਾਂ ਪੂਰੀ ਦੀ ਪੂਰੀ ਸਲਾਮਤ ਹੈ, ਕਿਤੋਂ ਟੁੱਟੀ ਨਹੀਂ, ਕੋਈ ਕੁਛ ਨਹੀਂ। ਦ ਵਾਲ ਵਾਜ਼ ਇੰਟੈਕਟ ਇਨ ਇਟਸ ਸੈਲਫ, ਸਟਰੋਂਗ, ਮੇਡ ਅਪ ਆਫ ਸਟੋਨਸ, ਵੱਡੀ ਬਣੀ ਹੋਈ ਹੈ, ਕਿਤੋਂ ਨਹੀਂ ਟੁੱਟੀ। ਦੁਸ਼ਮਣ ਕਿੱਥੋਂ ਆ ਰਿਹਾ, ਐਨੀਮੀ, ਵੈਰੀ ਅੰਦਰ ਕਿੱਦਾਂ ਆ ਰਿਹਾ। ਜਦੋਂ ਲੱਭਣ ਲੱਗੇ ਕਿ ਕਿਤੇ ਟੁੱਟੀ ਨਹੀਂ ਹੈ ਵਾਲ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਜਿਹੜਾ ਐਨੀਮੀ ਦੂਜੇ ਪਾਸੇ ਉਹਦੇ ਕੋਲ ਇੰਨੀ ਸ਼ਕਤੀ ਨਹੀਂ ਕਿ ਇਸ ਵਾਲ ਦੇ ਉੱਤੋਂ ਦੀ ਆਵੇ, ਉਦੋਂ ਇੰਨੇ ਰਿਸੋਰਸਿਸ ਨਹੀਂ ਸੀ, ਇੰਨੀ ਟੈਕਨੋਲੋਜੀ ਨਹੀਂ ਹੋਣੀ ਉਹਨਾਂ ਕੋਲ। ਅਤੇ ਉਹਨਾਂ ਨੇ ਸੋਚਿਆ ਕਿ ਇਹ ਆ ਕਿੱਦਾਂ ਰਹੇ ਹੈ ਕਿ ਇੰਨੇ ਆ ਨਹੀਂ, ਉੱਪਰੋਂ ਟੱਪ ਕੇ ਨਹੀਂ ਆ ਸਕਦੇ। ਸਾਡੇ ਸਿਪਾਹੀ ਉੱਤੇ ਖੜੇ ਨੇ, ਸੰਤਰੀ ਖੜੇ ਨੇ, ਵੀ ਹੈਵ ਮੇਡ ਆਵਰ ਸੋਲਜਰ ਸਟੈਂਡ ਓਵਰ ਦੇਅਰ ਟੂ ਵਾਚ, ਬਾਹਰ ਨੂੰ ਦੇਖਣਾ ਕਿ ਕੋਈ ਅੰਦਰ ਨਾ ਆ ਜਾਵੇ। ਹੌਲੀ ਹੌਲੀ ਰਿਸਰਚ ਕਰਕੇ ਪਤਾ ਇਹ ਚੱਲਿਆ ਕਿ ਸਾਡੇ ਆਪਣੇ ਕੁਝ ਸੰਤਰੀ ਜਿਹੜੇ ਸੀ
ਉਹ ਰਿਸ਼ਵਤ ਲੈ ਕੇ ਕਰਪਟ ਹੋ ਕੇ ਉਹ ਦੂਜਿਆਂ ਨੂੰ ਅੰਦਰ ਆਉਣ ਦਾ ਰਾਹ ਦੇ ਦਿੰਦੇ ਸੀ। ਜਿਹੜੇ ਪਹਿਰੇਦਾਰ ਖੜੇ ਕੀਤੇ ਸੀ, ਵਾਚਮੈਨ ਖੜੇ ਕੀਤੇ ਸੀ, ਸੈਂਟਰੀ ਖੜੇ ਕੀਤੇ ਸੀ, ਦੇ ਦੈਮਸੈਲਵਸ ਗॉट ਕਰਪਟ। ਉਹੀ ਪੈਸਾ ਲੈ ਕੇ ਦੁਸ਼ਮਣ ਨੂੰ ਅੰਦਰ ਆਉਣ ਦਾ ਰਾਹ ਦੱਸ ਦਿੰਦੇ ਸੀ, ਜਾਂ ਦੇ ਲੈਟ ਦੈਮ ਕਮ ਇਨ, ਉਹਨਾਂ ਨੂੰ ਆਉਣ ਦਿੰਦੇ ਸੀ, ਗੇਟ ਖੋਲ੍ਹ ਲੈਂਦੇ ਸੀ, ਜਾਂ ਅੱਖਾਂ ਬੰਦ ਕਰ ਲੈਣੀਆਂ, ਦੇਖਣਾ ਹੀ ਠੀਕ ਹੈ ਠੀਕ ਹੈ ਤੂੰ ਨਿਕਲ ਜਾ, ਪੈਸੇ ਤੇ ਮੈਨੂੰ ਮਿਲ ਗਏ, ਮੈਂ ਕਹਾਂਗਾ ਮੈਨੂੰ ਦਿਖਾਈ ਨਹੀਂ ਦਿੱਤਾ। ਸੋ ਇਟ ਹੈਪਨਡ ਲਾਈਕ ਦੈਟ, ਇਟ ਹੈਪਨਸ ਵਿਦ ਅਸ ਇਨ ਆਵਰ ਲਾਈਫ। ਇੱਦਾਂ ਹੀ ਹੁੰਦਾ ਆ ਲਾਈਫ ਵਿੱਚ ਵੀ। ਪੁਰਾਣੇ ਪੰਜਾਬੀ ਦੇ ਨਾ ਗੀਤ ਹੁੰਦੇ ਸੀ ਜੋ ਸਾਡੇ ਬਜ਼ੁਰਗ ਸਾਡੇ ਕੋਲ ਬੈਠ ਕੇ ਆਪਣੇ ਬੱਚਿਆਂ ਨੂੰ, ਆਪਣੇ ਪੋਤਰੇ ਦੋਤਰਿਆਂ ਨੂੰ, ਜਿਹੜੇ ਬਜ਼ੁਰਗ ਹੁੰਦੇ ਸੀ ਨਾ ਇਹੋ ਜਿਹੇ ਗੀਤ, ਅੱਜ ਕੱਲ੍ਹ ਉਹ ਗੀਤ ਉਹ ਮਿਸਿੰਗ ਨੇ। ਬੜੇ ਸੋਹਣੇ ਗੀਤ ਗੋਦੀ 'ਚ ਲੈ ਕੇ ਰਾਤ ਨੂੰ ਸੌਣ ਲੱਗਿਆ, ਨਾਲੇ ਤੇ ਪਾਠ ਸੁਣਾਉਣਾ, ਨਾਲੇ ਸਾਖੀਆਂ ਸੁਣਾਉਣੀਆਂ ਗੁਰੂ ਇਤਿਹਾਸ ਦੀਆਂ, ਕੋਈ ਚੰਗੀਆਂ ਕਹਾਣੀਆਂ ਸਿੱਖਿਆ ਵਾਲੀਆਂ ਮੋਰਲ ਸਟੋਰੀਜ਼ ਸੁਣਾਉਣੀਆਂ, ਨਾਲੇ ਕੁਝ ਇਹੋ ਜਿਹੇ ਗੀਤ ਸੁਣਾਉਣੇ ਜਿਨ੍ਹਾਂ ਨਾਲ ਸਾਡੇ ਅੰਦਰ ਨਾ ਕੈਰੈਕਟਰ ਬਿਲਡਿੰਗ ਹੋਵੇ। ਅਤੇ ਮੈਨੂੰ ਅਜੇ ਵੀ ਯਾਦ ਹੈ ਇੱਕ ਪੰਜਾਬੀ ਦਾ ਗੀਤ ਹੁੰਦਾ ਸੀ ਬਹੁਤ ਪੁਰਾਣਾ, ਜੋ ਬਜ਼ੁਰਗਾਂ ਦੀ ਜ਼ੁਬਾਨ 'ਤੇ ਹੁੰਦਾ ਸੀ, ਤੇਰਾ ਵੈਰੀ ਨਾ ਜਹਾਨ ਵਿੱਚ ਕੋਈ, ਵੈਰੀ ਤੇਰੇ ਐਬ ਬੰਦਿਆ। ਵੈਰੀ ਬਾਹਰ ਨਹੀਂ ਬੈਠੇ, ਐਨੀਮੀਜ਼ ਦੁਸ਼ਮਣ ਬਾਹਰ ਨਹੀਂ ਬੈਠੇ, ਉਹ ਤੇਰੇ ਅੰਦਰ ਹੀ ਨੇ। ਜਦੋਂ ਅਸੀਂ ਕੰਧ ਵੀ ਕਰ ਲਈ, ਵਾਚਮੈਨ ਵੀ ਬਿਠਾ ਲਏ, ਜੇ ਮੇਰਾ ਵਾਚਮੈਨ ਹੀ ਚੋਰ ਬਣ ਜਾਏ, ਜੇ ਚੌਕੀਦਾਰੀ ਚੋਰ ਹੋ ਗਿਆ, ਜਿਹਦਾ ਕੰਮ ਸੀ, ਜਿਹਦਾ ਡਿਊਟੀ ਸੀ ਕਿ ਇਹ ਦੇਖਣਾ ਕਿ ਕੋਈ ਅੰਦਰ ਨਾ ਆਵੇ, ਉਹ ਚੋਰੀ ਕਰਨ ਲੱਗ ਗਏ। ਜਦੋਂ ਅਸੀਂ ਗੁਰ ਇਤਿਹਾਸ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਪੜ੍ਹਦੇ ਹਾਂ, ਅਸੀਂ ਇਹ ਵੀ ਪੜ੍ਹਦੇ ਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਹਿਲਾਂ ਦੇ ਸਮਾਂ ਉਹ ਕਹਿੰਦੇ ਨੇ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਉੱਥੇ ਕਹਿੰਦੇ ਜਿਹੜੇ ਧਾਰਮਿਕ ਆਗੂ ਨੇ, ਭਾਵੇਂ ਉੱਥੇ ਕਾਜ਼ੀ ਦੀ ਗੱਲ ਹੈ, ਇਸਲਾਮਿਕ ਦੀ ਗੱਲ ਹੈ, ਉਹ ਸਾਰਿਆਂ 'ਤੇ ਲਾਗੂ ਹੁੰਦੀ ਹੈ। ਭਾਵੇਂ ਉਹ ਮੰਦਿਰ 'ਚ ਬੈਠਾ ਪੁਜਾਰੀ ਪੰਡਤ ਹੈ, ਭਾਵੇਂ ਗੁਰਦੁਆਰੇ 'ਚ ਬੈਠਾ ਗ੍ਰੰਥੀ ਪਾਠੀ ਰਾਗੀ ਕਥਾਵਾਚਕ ਹੈ, ਭਾਵੇਂ ਕਿਸੇ ਹੋਰ ਧਰਮ ਦਾ ਪੁਜਾਰੀ ਪ੍ਰੀਸਟ ਹੈ, ਉਹੀ ਰਿਸ਼ਵਤੀ ਹੋ ਗਿਆ, ਕਰਪਟ ਹੋ ਗਿਆ। ਉਹ ਗਿਆਨ ਦੇਣ ਦੀ ਬਜਾਏ, ਸਮਝਾਉਣ ਦੀ ਬਜਾਏ ਕਰਪਟ ਕਰਨ ਲੱਗ ਗਿਆ, ਤੇ ਫਿਰ ਦੱਸੋ ਧਰਮ ਦਾ ਕੀ ਹੋਵੇਗਾ। ਇਹ ਤਾਂ ਗੱਲ ਹੈ ਬਾਹਰਲੇ ਸਮਾਜ ਦੀ, ਪਰ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ ਅੰਦਰ ਬੈਠੇ ਦੁਸ਼ਮਣਾਂ ਪ੍ਰਤੀ। ਉਹ ਜਿਨ੍ਹਾਂ ਨੂੰ ਅਸੀਂ ਪਹਿਰੇਦਾਰ ਬਣਾ ਕੇ ਅੰਦਰ ਬੈਠੇ ਹੋਏ ਹਾਂ, ਉਹਨਾਂ ਦੇ ਸਹਾਰੇ ਸਾਨੂੰ ਲੱਗਦਾ ਕਿ ਅਸੀਂ ਬਚ ਜਾਵਾਂਗੇ, ਉਹੀ ਦੁਸ਼ਮਣ ਬਣ ਗਏ। ਜਿਹੜਾ ਗਿਆਨ, ਜਿਸ ਗਿਆਨ ਦਾ ਮੈਂ ਅਹੰਕਾਰ ਲੈ ਲਿਆ ਕਿ ਹੁਣ ਮੈਂ ਆਪਣੀ ਲਾਈਫ ਨੂੰ ਬਦਲ ਲਵਾਂਗਾ ਕਿਉਂਕਿ ਮੈਂ ਕਿਤਾਬ ਪੜ੍ਹ ਲਈ, ਕਿਉਂਕਿ ਮੈਂ ਇੰਨਾ ਗਿਆਨ ਲੈ ਲਿਆ, ਬਿਕੋਜ਼ ਆਈ ਰੀਡ ਦਿਸ ਮਚ ਆਫ ਬਾਣੀ, ਦਿਸ ਮਚ ਆਫ ਰਿਲੀਜੀਅਸ ਟੈਕਸਟ, ਮੈਂ ਇਹ ਵਾਲਾ ਗ੍ਰੰਥ ਪੜ੍ਹਦਾ, ਇੰਨੇ ਵਜੇ ਸਵੇਰੇ ਉੱਠਦਾ। ਉਹ ਵੀ ਤਾਂ ਪਹਿਰੇਦਾਰ ਬਣ ਗਿਆ ਸੀ ਨਾ, ਕਿਉਂਕਿ ਮੈਂ ਸਿੱਖ ਲਿਆ ਸੀ, ਮੈਨੂੰ ਸਿਖਾਇਆ ਗਿਆ ਸੀ। ਆਈ ਵਾਜ਼ ਮੇਡ ਟੂ ਬਿਲੀਵ ਕਿ ਜਦੋਂ ਤੂੰ ਇਸ ਵੇਲੇ ਉੱਠ ਕੇ ਇੰਨੇ ਪਾਠ ਕਰੇਂਗਾ ਨਾ, ਤਾਂ ਫਿਰ ਤੇਰਾ ਆਹ ਕੰਮ ਆਪਣੇ ਆਪ ਹੋਣ ਲੱਗ ਜਾਏਗਾ। ਹੁਣ ਮੈਂ ਕੀ ਕੀਤਾ, ਉਹ ਪਹਿਰੇਦਾਰ ਠੀਕ ਸੀ, ਬਿਲਕੁਲ ਸਹੀ ਸੀ, ਉਹ ਗਿਆਨ ਲੈਣਾ ਬੜਾ ਜ਼ਰੂਰੀ ਸੀ, ਪਰ ਮੈਂ ਉਹਦੇ ਸਹਾਰੇ ਆਪਣੇ ਮਨ ਨੂੰ ਛੱਡਿਆ। ਮਨ ਕਰ ਗਿਆ ਚਲਾਕੀਆਂ, ਮਨ ਦੇ ਅੰਦਰ ਪਏ ਸੀ ਵੈਰੀ, ਉਹ ਸਾਡੇ ਨੌਲੇਜ ਨੂੰ ਇਹੋ ਜਿਹਾ ਮੈਨੀਪੂਲੇਟ ਕਰਦੇ ਨੇ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਬੰਦਾ ਝੂਠ ਬੋਲਦਾ ਆ, ਬੰਦਾ ਗਲਤ ਕੰਮ ਕਰਦਾ। ਮੰਨ ਲਓ ਕਿਸੇ ਨਾਲ ਮੈਂ ਠੱਗੀ ਕੀਤੀ, ਫਿਰ ਪਤਾ ਕੀ ਹੁੰਦਾ, ਅਸੀਂ ਪਹਿਲਾਂ ਤਾਂ ਆਪਣਾ ਜੁਰਮ ਕਬੂਲ ਹੀ ਨਹੀਂ ਕਰਦੇ। ਵੀ ਡੂ ਨਾਟ ਐਡਮਿਟ ਦੈਟ ਆਈ ਹੈਵ ਡਨ ਸਮਥਿੰਗ ਰੋਂਗ। ਵਾਟ ਵੀ ਡੂ ਕਿ ਜਿੰਨੀ ਵੀ ਮੈਨੂੰ ਨੌਲੇਜ ਹੈ ਨਾ, ਮੈਂ ਉਹਨਾਂ ਸਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਗੱਲ ਕੱਢ ਕੇ ਆਈ ਟਰਾਈ ਟੂ ਜਸਟੀਫਾਈ ਵਟ ਐਵਰ ਆਈ ਹੈਵ ਡਨ ਰੋਂਗ। ਪਹਿਲਾਂ ਤਾਂ ਮੈਂ ਐਡਮਿਟ ਨਹੀਂ ਕਰਾਂਗਾ ਕਿ ਮੈਂ ਗਲਤੀ ਕੀਤੀ ਹੈ, ਅਤੇ ਜੇ ਕਿਤੇ ਇਹੋ ਜਿਹਾ ਕੋਈ ਸਬੂਤ ਹੀ ਆ ਗਿਆ, ਮੰਨ ਲਓ ਵੀਡੀਓ ਆ ਗਈ ਜਾਂ ਕਿਸੇ ਨੇ ਦੇਖ ਹੀ ਲਿਆ ਸੀ, ਕੋਈ ਵਿਟਨੈਸ ਹੀ ਆ ਗਿਆ, ਫਿਰ ਪਤਾ ਕੀ ਹੁੰਦਾ, ਫਿਰ ਉਹ ਬਲੇਮ ਹੋਰ ਕਿਸੇ 'ਤੇ ਪੈਂਦਾ। ਮੈਂ ਕਰਨਾ ਨਹੀਂ ਸੀ, ਇਹਦੇ ਕਰਕੇ ਹੋ ਗਿਆ। ਲੈ, ਉਹ ਬੰਦੇ ਨੂੰ ਤਾਂ ਸਾਰੇ ਠੱਗੀ ਜਾਂਦੇ ਆ, ਇਹ ਤਾਂ ਆਪ ਕਹਿੰਦਾ ਕਿ ਆ ਬੈਲ ਮੁਝੇ ਮਾਰ, ਮੈਂ ਵੀ ਠੱਗ ਲਿਆ, ਮੈਂ ਕਿਹੜਾ ਬੁਰਾ ਕਰਤਾ। ਸਾਡੀ ਜਿੰਨੀ ਅਕਲ ਹੈ, ਜਿੰਨਾ ਦਿਮਾਗ ਹੈ, ਉਸ ਨੂੰ ਜਸਟੀਫਾਈ ਕਰਨ 'ਤੇ ਲੱਗ ਜਾਂਦਾ ਜੋ ਅਸੀਂ ਗਲਤ ਕਰਦੇ ਹਾਂ। ਜਦੋਂ ਅਸੀਂ ਗਲਤ ਕਰਕੇ ਉਸ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹਾਂ, ਬਜਾਏ ਇਸ ਦੇ ਕਿ ਮੈਂ ਸੌਰੀ ਫੀਲ ਕਰਾਂ, ਬਜਾਏ ਇਸ ਦੇ ਕਿ ਜਿਹੜਾ ਕੰਮ ਮੈਂ ਗਲਤ ਕੀਤਾ ਹੈ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂ, ਇੰਸਟੈਡ ਆਫ feeling sorry and trying to change my conduct, ਜੋ ਮੈਂ ਪਿੱਛੇ ਕਰ ਆਇਆ, and try to change my own mindset and character। ਜਦੋਂ ਮੈਂ ਗੁੱਸੇ 'ਚ ਆ ਕੇ ਜਾਂ ਤਾਂ ਦੂਜਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ, or I try my cleverness, my knowledge to justify whatever I have done, ਉਹਨੂੰ ਜਸਟੀਫਾਈ ਕਰਨ ਲਈ ਮੈਂ ਜ਼ੋਰ ਲਾਉਣਾ, ਐਫਰਟਸ ਲਾਉਣਾ, ਗੱਲਾਂ ਬਣਾਉਣਾ, ਵਕੀਲ ਇਕੱਠੇ ਕਰਦਾ। ਫਿਰ ਕੀ ਹੁੰਦਾ ਹੈ ਕਿ ਮੈਂ ਆਪਣੇ ਮਨ ਨੂੰ ਅੱਗੇ ਰੱਖ ਕੇ ਆਪਣੀ ਮੱਤ ਉਹਦੇ ਪਿੱਛੇ ਲਗਾ ਦਿੱਤੀ, ਰਾਈਟ। ਫਿਰ ਕੀ ਹੋਇਆ ਕਿ ਮੇਰੇ ਅੰਦਰ ਦਾ ਜਿਹੜਾ ਚੋਰ ਸੀ ਨਾ, ਉਹ ਜਾ ਕੇ ਬਾਹਰਲੇ ਦੁਸ਼ਮਣਾਂ ਨਾਲ ਰਲ ਗਿਆ, ਕੰਪਰੋਮਾਈਜ਼ ਹੋ ਗਿਆ। ਦ ਸਿਕਿਉਰਿਟੀ ਹੈਜ਼ ਬੀਨ ਕੰਪਰੋਮਾਈਜ਼ਡ ਲਾਈਕ ਦ ਗ੍ਰੇਟ ਵਾਲ ਆਫ ਚਾਈਨਾ। ਜਦੋਂ ਸਿਕਿਉਰਿਟੀ ਕੰਪਰੋਮਾਈਜ਼ ਹੋ ਗਈ, ਜਦੋਂ ਮੇਰੇ ਵਾਚਮੈਨ ਹੀ ਗਲਤ ਹੋ ਗਏ,
ਮਨ ਦੇ ਮਗਰ ਜਦੋਂ ਮੱਤ ਲੱਗ ਜਾਂਦੀ ਹੈ ਫਿਰ ਗਿਆਨ ਜਿਹੜਾ ਹੈ ਉਹ ਗਲਤ ਪਾਸੇ ਯੂਜ਼ ਹੁੰਦਾ ਹੈ। ਦੇਖੋ ਇੱਕ ਐਗਜ਼ਾਮਪਲ ਨਾਲ ਸਮਝੋ, ਸਰਜੀਕਲ ਨਾਈਫ ਆਪਾਂ ਦੇਖਿਆ ਬੜਾ ਤਿੱਖਾ ਹੁੰਦਾ ਹੈ ਜਿਹਦੇ ਨਾਲ ਆਪਰੇਸ਼ਨ ਕੀਤਾ ਜਾਂਦਾ ਹੈ। ਉਹ ਚਾਕੂ, ਉਹ ਨਾਈਫ ਜਿਹੜਾ ਬਹੁਤ ਸ਼ਾਰਪ ਹੁੰਦਾ, ਬੜਾ ਤਿੱਖਾ ਹੁੰਦਾ, ਪ੍ਰਸੀਜਨ ਦੇ ਨਾਲ ਕਟਿੰਗ ਵਾਸਤੇ ਹੁੰਦਾ ਹੈ। ਉਹ ਚਾਕੂ ਜੇ ਕਿਸੇ ਮਰਡਰਰ ਦੇ ਹੱਥ ਆ ਜਾਵੇ, ਕਿਸੇ ਲੁਟੇਰੇ ਦੇ ਹੱਥ ਆ ਜਾਵੇ, ਉਹਨੇ ਕੀ ਕਰਨਾ ਉਹਦੇ ਨਾਲ? ਉਹਨੇ ਆਪਰੇਸ਼ਨ ਤੇ ਕਰਨਾ ਨਹੀਂ। ਹੀ ਇਜ਼ ਨਾਟ ਗੋਇੰਗ ਟੂ ਸੇਵ ਸਮਬਡੀਜ਼ ਲਾਈਫ। ਉਹਨੇ ਕਿਸੇ ਦੀ ਲਾਈਫ ਥੋੜੀ ਬਚਾਣੀ ਹੈ, ਉਹ ਤੇ ਕਤਲ ਹੀ ਕਰੇਗਾ, ਮਰਡਰ ਹੀ ਕਰੇਗਾ, ਕਿਲ ਹੀ ਕਰੇਗਾ। ਬਟ ਉਹੀ ਨਾਈਫ ਜਦੋਂ ਕਿਸੇ ਸਰਜਨ ਦੇ ਹੱਥ ਵਿੱਚ ਹੁੰਦਾ ਹੈ ਤੇ ਉਹ ਕੀ ਕਰਦਾ? ਉਹ ਜਾਨ ਬਚਾਉਂਦਾ ਹੈ, ਲਾਈਫ ਸੇਵਿੰਗ ਹੁੰਦਾ ਉਹਦੇ ਹੱਥ ਵਿੱਚ। ਗਿਆਨ ਉਹੀ ਹੁੰਦਾ ਹੈ, ਸਮਝ ਉਹੀ ਹੁੰਦੀ ਹੈ, ਪਰ ਜਦੋਂ ਉਹੀ ਅਕਲ ਮਨ ਦੇ ਮਗਰ ਲੱਗ ਜਾਵੇ, ਮੈਲੀਸ਼ੀਅਸ ਮਾਈਂਡ, ਵਿਸ਼ੀਅਸ ਮਾਈਂਡ, ਪੋਇਜ਼ਨਸ, ਟੌਕਸਿਕ ਅੰਦਰ ਜਿਹੜੀ ਮੈਲ ਹੈ, ਜਦੋਂ ਗਿਆਨ ਉਹਦੇ ਹੱਥ ਲੱਗ ਜਾਵੇ ਨਾ ਤੇ ਉਸ ਗਿਆਨ ਦਾ ਉਹ ਗਲਤ ਇਸਤੇਮਾਲ ਵੀ ਕਰ ਜਾਂਦਾ ਹੈ, ਗਲਤ ਇਸਤੇਮਾਲ। ਤੇ ਜੇ ਕੋਈ ਚੰਗੇ ਹੱਥ ਪੈ ਜਾਵੇ ਉਹ ਗਿਆਨ ਤੇ ਫਿਰ ਉਹ ਲਾਈਫ ਸੇਵਿੰਗ ਹੋ ਜਾਂਦਾ ਹੈ। ਬਸ ਇਹੀ ਵਿਚਾਰ ਗੁਰਬਾਣੀ ਸਾਨੂੰ ਬਾਰ-ਬਾਰ ਦਿੰਦੀ ਹੈ। ਭਗਤ ਰਵਿਦਾਸ ਜੀ ਦਾ ਸ਼ਬਦ ਅਸੀਂ ਹੁਣੇ ਸਰਵਣ ਕੀਤਾ। ਭਗਤ ਜੀ ਫਰਮਾਨ ਕਰਦੇ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਬਿਕਾਨੋ। ਸਾਡੀ ਟ੍ਰੈਜਡੀ ਇਹ ਹੈ ਕਿ ਮੇਰੇ ਮਨਾ ਤੂੰ ਮਨ ਦੇ ਹੱਥ ਵਿਕ ਚੁੱਕਿਆ ਆ, ਕੰਪਰੋਮਾਈਜ਼ ਹੋ ਚੁੱਕੀ ਹੈ ਸਿਕਿਉਰਿਟੀ। ਗਿਆਨ ਵੀ ਲੈ ਰਿਹਾ ਆ, ਸਮਝ ਵੀ ਲੈ ਰਿਹਾ, ਪਰ ਉਹਦਾ ਇਸਤੇਮਾਲ ਗਲਤ ਪਾਸੇ ਕਰ ਰਿਹਾ ਹੈ। ਸਮਝ ਲੈ ਲਈ, ਗੁਰਦੁਆਰੇ ਜਾ ਕੇ ਸੁਣ ਲਿਆ, ਸਾਰਿਆਂ ਨੂੰ ਪ੍ਰਮਾਤਮਾ ਦਿੰਦਾ ਹੈ, ਸਾਰਿਆਂ ਨੂੰ ਪ੍ਰਮਾਤਮਾ ਦਿੰਦਾ। ਹੁਣ ਕਿਸੇ ਦੇ ਮਨ ਵਿੱਚ ਆਲਸ ਹੈ, ਲੇਜ਼ੀਨੈਸ ਹੈ, ਸਲੱਗਿਸ਼ਨੈਸ ਹੈ, ਕੰਮ ਨਹੀਂ ਕਰਨਾ ਚਾਹੁੰਦਾ, ਵਿਹਲੜ ਹੈ। ਉਹਨੇ ਕੀ ਬਣਾ ਲਿਆ? ਉਹਨੇ ਇੱਕ ਡੇਰਾ ਬਣਾ ਲਿਆ ਤੇ ਉੱਥੇ ਬੈਠ ਕੇ ਕਹਿਣ ਲੱਗਾ ਸਭ ਕੁਝ ਰੱਬ ਨੇ ਦੇਣਾ, ਤੁਸੀਂ ਮੈਨੂੰ ਮੱਥਾ ਟੇਕੋ, ਮੈਂ ਅਰਦਾਸ ਕਰਾਂਗਾ, ਰੱਬ ਤੁਹਾਨੂੰ ਦੇਗਾ। ਦਿੰਦਾ। ਉਹਨੇ ਆਪਣਾ ਡੇਰਾ ਬਣਾ ਲਿਆ। ਹੁਣ ਕੀਤਾ ਕਿ ਨੌਲੇਜ ਉਹੀ ਸੀ ਪਰ ਉਹਨੇ ਯੂਜ਼ ਉਹਨੂੰ ਕਿਸੇ ਹੋਰ ਪਾਸੇ ਕਰ ਲਿਆ। ਕਿਹੜੇ ਪਾਸੇ ਕੀਤਾ? ਆਪਣਾ ਉੱਲੂ ਸਿੱਧਾ ਕਰਨ ਵਾਲੇ ਪਾਸੇ, ਆਪਣਾ ਲਾਲਚ ਉਸ ਨੂੰ ਪੂਰਾ ਕਰਨ ਵਾਸਤੇ। ਜਿਸ ਨੂੰ ਗੁਰਬਾਣੀ 'ਚ ਪਤਾ ਕੀ ਕਿਹਾ? ਸਤਿਗੁਰੂ ਫਰਮਾਨ ਕਰਦੇ ਨੇ, ਗਿਆਨ ਵਿਹੂਣਾ ਗਾਵੇ ਗੀਤ। ਗਿਆਨ ਹੈ ਨਹੀਂ ਇਹਨੂੰ, ਇਹਨੇ ਜਿਹੜੀ ਨੌਲੇਜ ਇੱਧਰੋਂ ਉੱਧਰੋਂ ਲਈ ਵੀ ਹੈ ਨਾ, ਇਹ ਕੁਝ ਹੋਰ ਪਰਪਸ ਵਾਸਤੇ ਲਈ ਹੈ, ਕਿਸੇ ਹੋਰ ਪਰਪਸ ਵਾਸਤੇ। ਇਹ ਮਾਈਂਡ ਜਿਹੜਾ ਉਹਦੇ ਮਗਰ ਲੱਗਾ, ਮਨ ਦੇ ਮਗਰ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਆਪਣੀ ਭੁੱਖ ਮਿਟਾਉਣ ਲਈ ਇਹਨੇ ਘਰੇ ਮਸੀਤ ਬਣਾ ਲਈ ਹੈ, ਗੁਰਦੁਆਰਾ ਬਣਾ ਲਿਆ, ਡੇਰਾ ਬਣਾ ਲਿਆ, ਮੰਦਰ ਬਣਾ ਲਿਆ। ਕੁਝ ਕਰਨ ਦੀ ਲੋੜ ਹੀ ਨਹੀਂ। ਆਹ ਵਾਲੇ ਕੱਪੜੇ ਮੈਂ ਪਾ ਲਵਾਂਗਾ, ਲੋਕਾਂ ਨੇ ਆਪਣੇ ਆਪ ਮੱਥੇ ਟੇਕਣ ਲੱਗ ਜਾਣਾ। ਗਿਆਨ ਦਾ ਕੀ ਹੈ? ਚਾਰ ਗੱਲਾਂ ਹੀ ਨੇ, ਚਾਰ ਗੱਲਾਂ ਹੀ ਨੇ ਨਾ। ਉਹ ਤਾਂ ਕਿਤੋਂ ਵੀ ਸਿੱਖ ਲੈਣੀ ਹੈ। ਅੱਜ WhatsApp ਭਰਿਆ ਪਿਆ ਗਿਆਨ ਦੇ ਨਾਲ, ਬਥੇਰਾ ਕੁਛ ਆ ਰਿਹਾ। ਚਾਰ ਕਿਤਾਬਾਂ ਮੈਂ ਪੜ੍ਹ ਕੇ ਉਹ ਵੀ ਨਾ ਸੁਣਾਵਾਂਗਾ, ਲੋਕ ਮੂਰਖ ਬਣਨ ਨੂੰ ਤਿਆਰ ਬੈਠੇ ਨੇ। ਇਟਸ ਵੈਰੀ ਈਜ਼ੀ ਟੂ ਫੂਲ ਅ ਪਰਸਨ। ਸਾਧ ਸੰਗਤ, ਵੈਰੀ ਈਜ਼ੀ। ਕਿਸੇ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੈ, ਖਾਸ ਕਰ ਧਰਮ ਦੇ ਨਾਂ 'ਤੇ ਹੋਰ ਵੀ ਸੌਖਾ, ਬਹੁਤ ਸੌਖਾ, ਕੁਛ ਵੀ ਨਹੀਂ। ਹੁਣ ਦੇਖੋ ਜਗ੍ਹਾ ਜਗ੍ਹਾ ਵਿੱਚ, ਇੰਡੀਆ ਵਿੱਚ ਤਾਂ ਹੈ ਹੀ ਹੈ, ਮੈਂ ਅਬਰੋਡ ਵੀ ਦੇਖਦਾ, ਕੈਨੇਡਾ ਵਿੱਚ ਵੀ ਹੈ, ਆਸਟ੍ਰੇਲੀਆ ਵਿੱਚ ਵੀ ਹੈ, ਈਵਨ ਮਲੇਸ਼ੀਆ ਵਰਗੇ ਕੰਟਰੀਜ਼ ਵੀ ਹੈ। ਹੱਥ ਦੇਖਣ ਵਾਲੇ ਬੈਠੇ ਆ ਨਾ, ਉਹ ਬੈਠੇ ਆ, ਉਹਨਾਂ ਦੀਆਂ ਦੁਕਾਨਾਂ ਚੱਲ ਰਹੀਆਂ ਆ। ਮੈਂ ਕੈਨੇਡਾ 'ਚ ਵੀ ਦੇਖਿਆ ਐਸਾ, ਫੋਨ 'ਤੇ ਤੁਹਾਡੀ ਸਮੱਸਿਆ ਦਾ ਹੱਲ ਕਰ ਦੇਵਾਂਗੇ, ਫਲਾਣੇ ਪੰਡਤ ਜੀ, ਫਲਾਣੇ ਬਾਬਾ ਜੀ 108, ਫੋਨ 'ਤੇ ਹੀ ਹੱਲ ਕਰ ਦੇਵਾਂਗੇ। ਅਸੀਂ ਮੂਰਖ ਬਣਨ ਨੂੰ ਤਿਆਰ ਬੈਠੇ। ਵੀ ਆਰ ਰੈਡੀ ਟੂ ਬੀ ਫੂਲਡ। ਇਟਸ ਵੈਰੀ ਈਜ਼ੀ ਟੂ ਫੂਲ ਅ ਪਰਸਨ। ਕਿਸੇ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੈ। ਹਰ ਕੋਈ ਦੁਖੀ ਹੈ, ਹਰ ਕੋਈ। ਤੁਸੀਂ ਰਾਹ ਜਾਂਦੇ ਹੋ, ਪਾਰਕ 'ਚ ਬੈਠੇ ਹੋ, ਕੋਈ ਆ ਗਿਆ ਤੁਹਾਡੇ ਲਾਗੇ ਬੈਠ ਗਿਆ ਉਸ ਬੈਂਚ 'ਤੇ, ਤੁਸੀਂ ਮਾੜੀ ਜੀ ਗੱਲ ਕਰੋ ਸਹੀ, ਹਰ ਕੋਈ ਦੁਖੀ ਹੈ। ਕਿਸ ਪੈ ਖੋਲੋਂ ਗੰਠੜੀ ਦੁਖੀ ਪਰ ਆਇਆ। ਹਰ ਕਿਸੇ ਦੀ ਲਾਈਫ 'ਚ ਕੋਈ ਨਾ ਕੋਈ ਸਟਰਗਲ, ਕੋਈ ਨਾ ਕੋਈ ਦੁੱਖ ਚੱਲ ਰਿਹਾ। ਕਿਤੇ ਮਾੜਾ ਜਿਹਾ ਕੋਈ ਬੰਦਾ ਕਲੈਵਰ ਹੋ ਕੇ ਉਸ ਨੂੰ ਐਕਸਪਲੋਇਟ ਕਰਨ ਲੱਗਦਾ ਨਾ, ਤੇ ਅਸੀਂ ਮੂਰਖ ਬਣ ਜਾਂਦੇ। ਮੈਂ ਉਹਨੂੰ ਕਹਿ ਦਿੱਤਾ ਕਿ ਭਾਈ ਤੇਰੀ ਨਾ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ। ਉਹ ਪ੍ਰੋਬਲਮ ਤਾਂ ਸਾਰਿਆਂ ਦੀ ਹੈ, ਬਸ ਉਹਦੇ ਬਾਅਦ ਉਹਦੇ ਹਾਵ ਭਾਵ ਦੇਖ ਕੇ, ਉਹਦੀ ਸਾਈਕੋਲੋਜੀ ਨੂੰ ਅੰਡਰਸਟੈਂਡ ਕਰਕੇ ਤੁਸੀਂ ਇੱਕ ਪ੍ਰੋਬਲਮ ਕ੍ਰੀਏਟ ਕਰਨੀ। ਇਹੀ ਹੁੰਦਾ ਹੈ। ਇਸੇ ਤਰ੍ਹਾਂ ਹੀ ਮੂਰਖ ਬਣਾਇਆ ਜਾਂਦਾ ਹੈ।